ਤਾਂ ਮਾਫ ਕਰਨ ਨੂੰ ਕਹਿ ਰਹੇ ਨੇ, ਫਿਰ ਭਰਨ ਨੂੰ ਕੌਣ ਕਹਿ ਰਿਹਾ? ਬਿਜਲੀ ਬੋਰਡ ਵਾਲੇ ਕਹਿ ਰਹੇ ਆ। 16,280 ਰੁਪਏ ਮੇਰਾ ਬਿੱਲ ਸੀਗਾ ਜੀ, 3120 ਰੁਪਏ ਬਿੱਲ ਭਰਵਾਇਆ ਹੈਗਾ ਜੀ। ਉਸ ਤੋਂ ਬਾਅਦ ਕਹਿੰਦੇ ਜੀ ਤੁਹਾਡੇ 7600 ਕੁਛ ਰੁਪਏ ਮਾਫ ਹੋਏਗਾ। ਇਹਨਾਂ ਤੋਂ ਸਰ 3100 ਰੁਪਏ ਭਰਵਾ ਕੇ ਉਸ ਤੋਂ ਬਾਅਦ ਇਹਨਾਂ ਦਾ ਬਿੱਲ ਮਾਫ ਕੀਤਾ ਜਾ ਰਿਹਾ, ਯਾਨੀ 70% ਤੁਸੀਂ ਮਾਫ ਕਰ ਰਹੇ ਹੋ, ਬਾਕੀ 30% ਇਹ ਭਰਵਾ ਰਹੇ ਨੇ। ਸਵੇਰ ਦੇ ਹੀ ਖੜੇ ਆ ਜੀ ਇੱਥੇ ਲਾਈਨ 'ਚ, ਕਦੇ ਉੱਧਰ ਚਲਾ ਜਾ ਕਦੇ ਉੱਧਰ ਚਲਾ ਜਾ, ਐਂ ਹੀ ਹੋ ਰਹੀ ਹੈ ਜੀ। ਕਦੀ ਦੇ ਇੱਧਰੋਂ ਭੇਜ ਦਿੰਦੇ ਨੇ ਸਾਨੂੰ ਤਹਿਸੀਲਦਾਰ ਕੋਲ, ਤਹਿਸੀਲਦਾਰ ਭੇਜਦਾ ਕਹਿੰਦਾ ਜੀ ਪਹਿਲਾਂ ਉੱਧਰ ਜਾਓ, ਇੱਧਰੋਂ ਭੇਜਦਾ ਐਸਡੀਐਮ ਨੇ ਪਹਿਲਾਂ ਉੱਧਰੋਂ ਬਿੱਲ ਭਰ ਕੇ ਆਓ, ਤੁਸੀਂ ਘਟਾ ਕੇ ਜੋ ਵੀ ਹੈ। ਇੰਨੀ ਖੱਜਲ ਖੁਆਰੀ ਕਾਹਨੂੰ ਕਰਨੀ ਹੈਗੀ ਆ? ਜੇ ਖੱਜਲ ਖੁਆਰੀ ਕਰਨੀ ਸੀ ਤਾਂ ਬਿੱਲ ਮਾਫ ਕਰਨ ਦੀ ਲੋੜ ਹੀ ਨਹੀਂ ਸੀ। ਜਿਸ ਤਰੀਕੇ ਲੋਕੀ ਪਹਿਲਾਂ ਧੱਕੇ ਖਾ ਰਹੇ ਸੀ, ਖਾਈ ਜਾਂਦੇ ਧੱਕੇ। ਇੱਦਾਂ ਹੁਣ ਦੇਖੋ ਬਿੱਲ ਮਾਫ ਵੀ ਕਰਦੇ ਪਏ ਨੇ ਤੇ ਬਿੱਲ ਭਰਨੇ ਸਾਨੂੰ ਭਰਨਾ ਵੀ ਪੈ ਰਿਹਾ ਆਪਣੇ ਕੋਲੋਂ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ। ਦੋਸਤੋ, ਜਿਸ ਤਰ੍ਹਾਂ ਹੀ ਨਵੀਂ ਸਰਕਾਰ ਜਿਹੜੀ ਹੈ, ਨਵਾਂ ਮੁੱਖ ਮੰਤਰੀ ਬਣਦਾ ਹੈ ਤਾਂ 2 ਕਿਲੋਵਾਟ ਦਾ ਜਿਹੜਾ ਲੋਡ ਹੈ ਬਿਜਲੀ ਦਾ ਉਹ ਮੁਫਤ ਕਰਨ ਦੀ ਗੱਲ ਕਹੀ ਗਈ ਸੀ। ਤਾਂ ਅੱਜ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ, ਪਟਿਆਲਾ ਬਿਜਲੀ ਬੋਰਡ ਦੇ ਬਾਹਰ ਖੜੇ ਆ। ਤਾਂ ਸਭ ਤੋਂ ਪਹਿਲਾਂ ਇੱਕ ਫਾਰਮ ਭਰਿਆ ਜਾਂਦਾ ਹੈ, ਤਾਂ ਫਾਰਮ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਹਾਂ ਅਸੀਂ। ਬਾਈ ਜੀ, ਇਹ ਕਿਸ ਤਰ੍ਹਾਂ ਫਾਰਮ ਹੁੰਦਾ ਹੈ ਔਰ ਕੀ ਜਿਹੜਾ ਇਹ ਕਿਵੇਂ ਭਰਿਆ ਜਾਂਦਾ ਜੀ? ਔਰ ਦੱਸੋ ਮਾੜਾ ਜਿਹਾ ਸਾਨੂੰ ਕਿਸ ਤਰ੍ਹਾਂ ਭਰਿਆ ਜਾਂਦਾ ਔਰ ਕਿਹਦੇ ਤੇ ਸਾਈਨ ਹੁੰਦੇ? ਸਾਰਾ ਬੰਦੇ ਦਾ ਨਾਮ ਤੇ ਐਡਰੈਸ ਭਰਿਆ ਜਾਂਦਾ, ਬਿਜਲੀ ਖਾਤਾ ਨੰਬਰ ਜੋ ਉਹ ਭਰਿਆ ਜਾਂਦਾ, ਜਿਹੜਾ ਉਹਦਾ ਐਡਰੈਸ ਸਾਰਾ ਭਰ ਕੇ, ਮੋਬਾਈਲ ਨੰਬਰ ਲਿਖ ਕੇ, ਜਿੰਨਾ ਲੋਡ ਹੈ ਉਹਦਾ ਉਹ ਲਿਖ ਕੇ ਸਾਰਾ ਫਾਰਮ ਕੰਪਲੀਟ ਕਰਕੇ ਦਿੰਦੇ ਆ ਅਸੀਂ। ਤੇ ਉਹ ਤਾਂ ਸਿਰਫ 10 ਰੁਪਏ ਜਿਵੇਂ ਮਰਜ਼ੀ ਸਮਝ ਲਓ, ਚਾਹੇ ਜ਼ਿਆਦਾ ਚਾਹੇ ਜੋ ਮਰਜ਼ੀ ਸਮਝ ਲਓ, ਪਰ ਇਹਦੇ ਲੈਂਦੇ ਆ। ਠੀਕ ਹੈ ਜੀ, ਕੰਮ ਅਗਲੇ ਕਰਕੇ ਦਿੰਦੇ ਆ। ਉਹਦਾ ਨਾਲ ਆਧਾਰ ਕਾਰਡ ਦੀ ਕਾਪੀ ਲਵਾ ਕੇ ਦਿੰਦੇ ਆ, ਨਾਲ MC ਤੋਂ ਸਾਈਨ ਕਰਵਾਉਣੇ ਹੁੰਦੇ ਨੇ ਬੰਦੇ ਨੇ, ਤੇ ਨਾਲ ਤਹਿਸੀਲਦਾਰ ਸਾਹਿਬ ਦੇ ਸਾਈਨ ਕਰਵਾਉਣੇ ਨੇ। ਫਿਰ ਅੰਦਰ ਦਫ਼ਤਰ ਭੇਜਦੇ ਆ ਵੀ ਭਾਈ ਆ ਕੰਮ, ਫਿਰ SDO ਸਾਹਿਬ ਮਾਰਕ ਕਰਦੇ ਜੋ ਦਫ਼ਤਰ ਦੀ ਕਾਰਵਾਈ ਉਹ ਦਫ਼ਤਰੀ ਕਾਰਵਾਈ ਫਿਰ ਨਹੀਂ। ਤਾਂ ਤੁਹਾਡੇ ਤੋਂ ਪਹਿਲੇ ਸਭ ਤੋਂ ਪਹਿਲੇ ਆ ਫਾਰਮ ਲਿੱਤਾ ਜਾਂਦਾ ਹੈ 10 ਰੁਪਏ ਦੇ ਵਿੱਚ ਤੁਸੀਂ ਸਾਰਾ ਇਹਨੂੰ ਭਰਦੇ ਹੋ। ਫਿਰ ਇੱਕ ਉਸ ਤੋਂ ਬਾਅਦ MC ਦੇ ਜਿਹੜੇ ਆ ਉਹ ਸਾਈਨ ਹੁੰਦੇ ਨੇ। ਸਾਈਨ ਤੋਂ ਬਾਅਦ ਜਿਹੜੇ ਨੇ ਉਹ ਤਹਿਸੀਲਦਾਰ ਸਾਹਿਬ ਦੇ ਸਾਈਨ ਹੋਣਗੇ। ਤਹਿਸੀਲਦਾਰ ਸਾਹਿਬ ਤੋਂ ਬਾਅਦ ਜਿਹੜਾ ਬਿਜਲੀ ਬੋਰਡ ਦੇ ਵਿੱਚ ਇਹ ਫਾਰਮ ਜਮ੍ਹਾਂ ਕਰ ਦਿੱਤਾ ਜਾਂਦਾ ਹੈ। ਬਿਲਕੁਲ ਸਹੀ ਗੱਲ ਹੈ ਇਹ। ਤਾਂ ਉਸ ਤੋਂ ਬਾਅਦ ਜਿਹੜੀ ਹੈ ਅੱਗੇ ਕੀ ਕਾਰਵਾਈ ਹੁੰਦੀ ਹੈ ਉਹ ਕਿਸ ਤਰ੍ਹਾਂ? ਦਫ਼ਤਰ ਵਾਲੇ ਕਰਦੇ ਨਾਲ ਦੀ ਨਾਲ ਹੀ ਕਰ ਦਿੰਦੇ, ਤੁਹਾਡੇ ਵੱਲੋਂ 10 ਰੁਪਏ ਲੈ ਕੇ ਜਿਹੜਾ ਇਹ ਫਾਰਮ ਭਰ ਕੇ ਦੇ ਦਿੱਤਾ ਜਾਂਦਾ ਦੇ ਦਿੱਤਾ ਜਾਂਦਾ ਜੀ। ਬਿਲਕੁਲ ਜੀ, ਅਸੀਂ ਸਿਰਫ 10 ਰੁਪਏ ਲੈ ਕੇ ਕੰਪਲੀਟ ਕੰਮ ਕਰਕੇ ਅਗਲੇ ਦੇ ਦਿੰਦੇ, ਫਾਰਮ ਕੰਪਲੀਟ ਕਰਕੇ ਤੇ ਅੰਦਰ ਭੇਜ ਉਹਨਾਂ ਨੂੰ। ਪਹਿਲਾਂ MC ਤੋਂ ਸੈਂਡ ਕਰਵਾਉਣ ਵਾਸਤੇ ਕਹਿੰਦੇ ਆ, ਤੇ ਫਿਰ ਤਹਿਸੀਲਦਾਰ ਸਾਹਿਬ ਤੋਂ ਜੋ ਕੁਝ ਵੀ ਲਿਖਿਆ ਹੁੰਦਾ ਦਫ਼ਤਰ ਇਸ 'ਚ ਸਮਝਾ ਦਿੰਦੇ ਆ। ਜਿਹੜੇ ਅਨਪੜ੍ਹ ਲੋਕ ਨੇ ਉਹਨਾਂ ਨੂੰ ਸਮਝਾ ਦਿੰਦੇ ਸਭ ਕੁਝ ਵੀ ਭਾਈ ਇਸ ਤਰ੍ਹਾਂ ਕੰਮ ਹੋਣਾ। ਫਿਰ ਅੰਦਰ ਦਫ਼ਤਰ ਭੇਜਦੇ ਉਹਨਾਂ ਨੂੰ, ਭਾਈ ਉਸ ਦਫ਼ਤਰ ਜਾਣਾ ਤੁਸੀਂ। ਉਹ ਸਾਰਾ ਕੁਝ ਸਿਰਫ 10 ਰੁਪਏ ਲੈ ਕੇ ਅਸੀਂ ਫਾਰਮ ਭਰਦੇ ਹਾਂ। ਤਾਂ ਇਹ ਜਿਹੜੇ ਫਾਰਮ ਪਹਿਲੇ ਭਰਦੇ ਨੇ ਬਿਜਲੀ ਬੋਰਡ ਦੇ ਬਾਹਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ। ਇੱਕ 10 ਰੁਪਏ ਲੈ ਕੇ ਇਹ ਫਾਰਮ ਭਰ ਦਿੰਦੇ ਨੇ। ਉਸ ਤੋਂ ਬਾਅਦ ਇਹ ਬਿਜਲੀ ਬੋਰਡ ਦੇ ਵਿੱਚ ਜਿਹੜਾ ਬੰਦੇ ਨੂੰ ਭੇਜ ਦਿੰਦੇ ਨੇ ਫਾਰਮ ਭਰਨ ਤੋਂ ਬਾਅਦ। ਤੇ ਇੱਕ MC ਦੇ ਜਿਹੜੇ ਸਾਈਨ ਨੇ ਉਹ ਵੀ ਕਰਵਾਏ ਜਾਂਦੇ ਆ। ਉਹਨਾਂ ਨੂੰ ਕਿਹਾ ਜਾਂਦਾ ਕਿ MC ਤੋਂ ਸਾਈਨ ਜਿਹੜੇ ਨੇ ਉਹ ਕਰਵਾ ਕੇ ਜਾਓ। ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਬਿਜਲੀ ਬੋਰਡ ਦੇ ਵਿੱਚ ਲੱਗੀਆਂ ਹੋਈਆਂ। ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ, ਕਿਉਂਕਿ ਕਾਫੀ ਰਸ਼ ਪੈ ਗਿਆ। ਜਦੋਂ ਕਿ ਪਹਿਲੇ ਸ਼ਨੀ ਔਰ ਐਤਵਾਰ ਜਿਹੜੀ ਛੁੱਟੀ ਵੀ ਜਿਹੜੀ ਉਹ ਵਿੱਚ ਆ ਜਾਂਦੀ ਹੈ, ਤਾਂ ਸੋਮਵਾਰ ਨੂੰ ਜਿਹੜਾ ਬਹੁਤ ਜ਼ਿਆਦਾ ਰਸ਼ ਲੱਗਿਆ ਹੁੰਦਾ। ਤਾਂ ਤੁਸੀਂ ਲਾਈਨਾਂ ਦੇ ਵਿੱਚ ਦੇਖ ਰਹੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਆਪਣਾ ਬਿੱਲ ਜਿਹੜਾ ਉਹ ਮਾਫ ਕਰਵਾਉਣ ਦੇ ਲਈ। ਪਰ ਕੁਝ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਲੋਕ ਜਿਹੜੇ ਨੇ ਇਸ ਜਿਹੜੀ ਸਕੀਮ ਤੋਂ ਖੁਸ਼ ਵੀ ਨੇ ਔਰ ਕਿੰਨਾ ਖੱਜਲ ਖਰਾਬ ਤਾਂ ਨਹੀਂ ਹੋਣਾ ਪੈ ਰਿਹਾ। ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਲੋਕਾਂ ਦੇ ਨਾਲ। ਤਾਂ ਗੱਲਬਾਤ ਕਰਦੇ ਆ ਬਾਈ ਜੀ ਹੋਰਾਂ ਦੇ ਨਾਲ। ਹਾਂਜੀ ਬਾਪੂ ਜੀ, ਜਿਹੜਾ ਤੁਸੀਂ ਲਾਈਨ 'ਚ ਲੱਗੇ ਹੋ ਕਿਸ ਕਰਕੇ ਲੱਗੇ ਹੋਏ ਅੱਜ ਬਿਜਲੀ ਬੋਰਡ ਦੇ ਬਾਹਰ? ਇਹ ਬਿਜਲੀ ਬੋਰਡ ਦੇ ਵਾਸਤੇ ਲੱਗੇ ਆ ਜੀ। ਆਪਣਾ ਬਿੱਲ ਜਿਹੜਾ ਕਹਿੰਦੇ ਨੇ ਮਾਫ ਹੋਏਗਾ, ਤੇ ਇੰਨੇ ਮਹੀਨੇ ਤੋਂ ਜਾਂ ਜਿਹੜਾ 2 ਮਹੀਨਿਆਂ ਜਾਂ 3 ਮਹੀਨਿਆਂ ਤੋਂ ਉਹ ਤੁਹਾਨੂੰ ਭਰਨਾ ਪਏਗਾ। ਕਦੀ ਦੇ ਇੱਧਰੋਂ ਭੇਜ ਦਿੰਦੇ ਨੇ ਸਾਨੂੰ ਤਹਿਸੀਲਦਾਰ ਕੋਲ, ਤਹਿਸੀਲਦਾਰ ਭੇਜਦਾ ਕਹਿੰਦਾ ਜੀ ਪਹਿਲਾਂ ਉੱਧਰ ਜਾਓ, ਇੱਧਰੋਂ ਭੇਜਦਾ SDM ਨੇ ਪਹਿਲਾਂ ਉੱਧਰੋਂ ਬਿੱਲ ਭਰ ਕੇ ਆਓ, ਤੁਸੀਂ ਘਟਾ ਕੇ ਜੋ ਵੀ ਹੈ। ਤੇ ਇਸ ਤਰ੍ਹਾਂ ਸਵੇਰ ਦੇ ਖੱਜਲ ਖਰਾਬ ਨੇ। 2 ਗੇੜੇ ਤੇ ਮੇਰੇ ਸਿੱਧੇ ਉੱਥੇ ਲੱਗ ਗਏ ਨੇ ਆਪਣਾ ਸੈਕਟਰੀਏਟ ਦੇ ਜੀ। ਬਿਮਾਰ ਬੰਦਿਆਂ ਦੇ 3 ਘੰਟੇ ਹੋ ਚੱਲੇ ਸਾਨੂੰ ਇੱਥੇ ਖੜਿਆਂ ਨੂੰ ਲੈਣ 'ਚ ਜੀ। ਬਾਪੂ ਜੀ, ਸਭ ਤੋਂ ਪਹਿਲੇ ਕਿਹੜਾ ਫਾਰਮ ਭਰਿਆ ਜਾਂਦਾ ਔਰ ਕਿੱਥੋਂ ਮਿਲਦਾ ਇਹ ਫਾਰਮ? ਇਹ ਅਸੀਂ ਤੇ ਬਾਹਰੋਂ ਲਿਆ ਸੀ ਜੀ। ਉਸ ਤੋਂ ਬਾਅਦ ਹੁਣ ਇਹਨਾਂ ਨੇ ਅੰਦਰ ਫਾਰਮ ਦਿੱਤੇ ਨੇ ਫ੍ਰੀ ਜੀ। ਤੇ ਜਿਹੜਾ ਤਾਂ ਆਪ ਭਰ ਸਕਦਾ ਉਹ ਤਾਂ ਭਰ ਲੈਂਦਾ, ਜਿਹੜਾ ਮੇਰੇ ਅਨਪੜ੍ਹ ਉਹ ਨਹੀਂ ਭਰ ਸਕਦਾ ਉਹ ਫਿਰ ਦੂਜੇ ਤੀਜੇ ਬੰਦੇ ਕੋਲ ਭਰਵਾ ਲੈਂਦਾ ਜੀ। ਤੇ ਫਿਰ ਸਾਨੂੰ ਕਦੇ ਉਧਰਲੇ ਪਾਸੇ ਨੂੰ ਭੱਜਣਾ ਪੈਂਦਾ, ਕਦੇ ਉਧਰਲੇ ਪਾਸੇ ਨੂੰ ਭੱਜਣਾ ਪੈਂਦਾ ਵੀ ਇੱਕ ਜਗ੍ਹਾ 'ਤੇ ਕੋਈ ਕੰਮ ਨਹੀਂ ਹੋ ਰਿਹਾ ਜੀ। ਹੁਣ ਇਸ ਟਾਈਮ ਕਿੰਨਾ ਟਾਈਮ ਹੋ ਗਿਆ ਸਵੇਰ ਦਾ ਤੁਹਾਨੂੰ ਖੜੇ ਹੋ ਤੁਸੀਂ? ਸਵੇਰ ਦਾ ਮੈਂ ਆਇਆ ਜੀ, ਹੁਣ ਤੁਸੀਂ ਹਿਸਾਬ ਲਾ ਲਓ ਵੀ 12-1 ਵੱਜਣ ਵਾਲੇ ਨੇ। 2 ਗੇੜੇ ਤੁਹਾਨੂੰ ਦੱਸਿਆ ਮੈਂ ਸੈਕਟਰੀਏਟ ਦੇ ਲਾ ਲੈਣਾ। ਇਹ ਵੀ ਸਗੋਂ ਮੁੰਡਾ ਉੱਥੇ ਮੇਰੇ ਨਾਲ ਹੀ ਸੀ। ਤੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਦਾਅਵੇ ਕਰਦੇ ਆ ਕਿ ਬਹੁਤ ਆਸਾਨ ਹੈਗਾ ਇਹ ਬਿੱਲ ਮਾਫ ਹੋਣੇ? ਅਸੀਂ ਤਾਂ ਸਰਕਾਰ ਨੂੰ ਇਹ ਕਰਨਾ ਵੀ ਜੇ ਤੁਸੀਂ ਆ ਖੱਜਲ ਖਵਾਰੀ ਨੇ ਕਰਨੇ ਨੇ ਤਾਂ ਤੁਸੀਂ ਉਸ ਤਰ੍ਹਾਂ ਵੀ ਕਰ ਸਕਦੇ ਹੋ ਉਹਨਾਂ ਨੂੰ, ਜਿਹੜੇ ਅੱਗੋਂ ਤਾਂ ਭੇਜਣੇ ਜਾਂ ਜਿਹੜੇ ਮੀਟਰ ਦੂਜਾ
ਇਹਨਾਂ ਕੋਲ ਸਾਰੇ ਰਿਕਾਰਡ ਹੈਗੇ ਨੇ, ਤੁਸੀਂ ਉਹਦੇ ਹਿਸਾਬ ਨਾਲ ਕੱਟ ਕੇ ਤੇ ਸਾਨੂੰ ਭੇਜਾਂ। ਕੀ ਕਹਿਣਾ ਚਾਹੁੰਦੇ ਹੋ ਬਾਪੂ ਜੀ, ਤੁਸੀਂ ਕਿਵੇਂ ਕਹਿ ਰਹੇ ਵੀ ਜਿਸ ਹਿਸਾਬ ਨਾਲ ਇਹਨਾਂ ਦਾ ਸਾਡਾ ਬਿੱਲ ਹੈਗਾ ਆਂਦਾ, ਉਸ ਹਿਸਾਬ ਨਾਲ ਇਹ ਸਾਨੂੰ ਖੱਜਲ ਖੁਆਰੀ ਕਰ ਰਹੇ ਨੇ, ਕਦੇ ਉੱਧਰ ਜਾਓ ਕਦੇ ਇੱਧਰ ਜਾਓ। ਵੀ ਜਿੰਨਾ ਸਾਡਾ ਇਹਨਾਂ ਦਾ ਬਕਾਇਆ ਹੈਗਾ ਬਕਾਇਆ ਭਰਾ ਕੇ ਬਾਕੀ ਸਾਡਾ ਕੱਟ ਕੇ ਘਰ ਭੇਜ ਦੇਣ ਜੀ, ਇਸ ਤਰੀਕੇ ਕਰ ਰਹੇ ਨੇ ਆਪਣਾ। ਹੋ? ਕਿੱਥੇ ਕਿੱਥੇ ਖੱਜਲ ਹੋਣਾ ਪੈ ਰਿਹਾ ਔਰ ਕਿਹਦੇ ਕਿਹਦੇ ਸਾਈਨ ਜਿਹੜੇ ਨੇ ਉਹ ਕਰਾਣੇ ਪੈ ਰਹੇ ਨੇ? ਪਹਿਲਾਂ ਐਮਸੀ ਦੇ ਸਾਈਨ ਕਰਾਣੇ ਪੈ ਰਹੇ ਨੇ, ਫਿਰ ਇੱਥੋਂ ਲਾਈਨ 'ਚ ਲੱਗ ਕੇ 100 ਬੰਦਿਆਂ ਦੀ 200 ਬੰਦਿਆਂ ਦੀ ਲਾਈਨ ਹੈਗੀ ਆ, ਲਾਈਨ 'ਚ ਲੱਗ ਕੇ ਧੱਕੇ ਖਾਣੇ ਪੈ ਰਹੇ ਨੇ। ਫਿਰ ਉਸ ਤੋਂ ਬਾਅਦ ਕਹਿੰਦੇ ਨੇ ਵੀ ਇਧਰੋਂ ਸਾਈਨ ਕਰਾ ਕੇ ਫਿਰ ਤਹਿਸੀਲਦਾਰ ਦੇ ਜਾਂ ਐਸਡੀਐਮ ਦੇ ਸਾਈਨ ਕਰਾ ਕੇ ਲਿਆਓ ਜੀ, ਉੱਥੇ ਧੱਕੇ ਖਾਣੇ ਪੈਂਦੇ ਨੇ ਜੀ। ਤਾਂ ਹੁਣ ਕੀ ਕਹਿਣਾ ਚਾਹੋਗੇ? ਸਰਕਾਰ ਜਿਹੜੀ ਉਹਦਾ ਬਹੁਤ ਦਾਅਵੇ ਕਰਦੀ ਹੈ। ਸਰਕਾਰ ਦਾਵਾ ਇਹ ਕਰਦੀ ਹੈ ਨਾ ਜੀ ਵੀ ਜਿੰਨਾ ਇਹਨਾਂ ਨੇ ਬਕਾਇਆ ਬਿੱਲ ਲੈਣਾ ਇੱਥੋਂ ਲੈ ਕੇ ਜਿੰਨਾ ਵੀ ਜਿਸ ਤਰੀਕੇ ਇਹਨਾਂ ਕੋਲ ਕੰਪਿਊਟਰ 'ਚ ਸਿਸਟਮ 'ਚ ਫੀਡ ਹੈਗਾ ਉਸ ਹਿਸਾਬ ਨਾਲ ਮਾਫ ਕੀਤਾ ਜਾਵੇ। ਇੰਨੀ ਖੱਜਲ ਖੁਆਰੀ ਕਾਹਨੂੰ ਕਰਨੀ ਹੈਗੀ ਹੈ? ਜੇ ਖੱਜਲ ਖੁਆਰੀ ਕਰਨੀ ਸੀ ਤਾਂ ਬਿੱਲ ਮਾਫ ਕਰਨ ਦੀ ਲੋੜ ਹੀ ਨਹੀਂ ਸੀ। ਜਿਸ ਤਰੀਕੇ ਲੋਕੀ ਪਹਿਲਾਂ ਧੱਕੇ ਖਾ ਰਹੇ ਸੀ ਖਾਈ ਜਾਂਦੇ ਧੱਕੇ। ਹਾਂਜੀ ਬਾਈ ਜੀ, ਤੁਸੀਂ ਵੀ ਉਰੇ ਮਾਫ ਕਰਾਉਣ ਆਏ ਹੋ ਬਿੱਲ? ਹਾਂਜੀ ਸਰ, ਇੱਥੇ ਬਿੱਲ ਮਾਫ ਕਰਾਉਣ ਵਾਸਤੇ ਆਏ ਸੀ, ਪਰ ਇੱਥੇ ਤੁਸੀਂ ਦੇਖ ਰਹੇ ਹੋ ਵੀ ਲਾਈਨ ਇੰਨੀ ਲੰਬੀ ਲੱਗੀ ਹੋਈ ਆ, ਨਾ ਤਾਂ ਕੋਈ ਸੁਣਦਾ ਸੀ ਕਿਸੇ ਦੀ ਗੱਲ। ਦੂਸਰੀ ਗੱਲ, ਇੱਥੇ ਸਿਫਾਰਸ਼ੀ ਬੰਦੇ ਬਹੁਤ ਆ ਰਹੇ ਨੇ, ਬੰਦੇ ਲਾਈਨ 'ਚ ਲੱਗੇ ਹੋਏ ਨੇ, ਪਰ ਬਾਹਰੋਂ ਜਾ ਕੇ ਬੰਦੇ ਅੰਦਰੋਂ ਮੋਹਰ ਲਵਾਈ ਜਾਂਦੇ, ਸਾਈਨ ਕਰਾਈ ਜਾਂਦੇ ਜੀ। ਤੇ ਅਸੀਂ ਸਰਕਾਰ ਤੋਂ ਆਹੀ ਮੰਗ ਕਰਦੇ ਹਾਂ ਕਿ ਜੇ ਸਰਕਾਰ ਕੋਲ ਸਾਰਾ ਡਾਟਾ ਹੈਗਾ, ਸਾਰਿਆਂ ਦੇ ਬਿੱਲ ਹੈਗੇ ਉਹਨਾਂ ਕੋਲ, ਤਾਂ ਸਰਕਾਰ ਨੂੰ ਬਿੱਲ ਆਪਣੇ ਆਪ ਮਾਫ ਕਰਨੇ ਚਾਹੀਦੇ ਸੀ। ਇੱਦਾਂ ਹੁਣ ਦੇਖੋ ਬਿੱਲ ਮਾਫ ਵੀ ਕਰਦੇ ਪਏ ਨੇ ਤੇ ਬਿੱਲ ਸਾਨੂੰ ਭਰਨਾ ਵੀ ਪੈ ਰਿਹਾ ਆਪਣੇ ਕੋਲੋਂ ਜੀ। ਤਾਂ ਮਤਲਬ ਸਰਕਾਰ ਵੱਲੋਂ ਤਾਂ ਇਹ ਗੱਲ ਕਹੀ ਜਾ ਰਹੀ ਕਿ ਬਹੁਤ ਆਸਾਨ ਹੈ, ਜਿਹੜਾ 2 ਕਿਲੋਵਾਟ ਤੱਕ ਹੈ ਕਿ ਉਹ ਜਿਹੜਾ ਬਿੱਲ ਮਾਫ ਕਰ ਦਿੱਤਾ ਗਿਆ, ਪਰ ਤੁਸੀਂ ਜਿਸ ਹਿਸਾਬ ਨਾਲ ਦੱਸ ਰਹੇ ਹੋ ਕਿ 2-3 ਜਗ੍ਹਾ ਤੇ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਵੱਖ-ਵੱਖ, ਕੀ ਸਿਸਟਮ ਕੀ ਹੈ? ਇੱਕ ਤਾਂ ਐਮਸੀ ਤੋਂ ਜਿਹੜੇ ਸਾਈਨ ਕਰਾਣੇ ਪੈ ਰਹੇ ਨੇ, ਤਾਂ ਉਸ ਤੋਂ ਬਾਅਦ ਤਹਿਸੀਲਦਾਰ ਦੇ ਕਿਉਂ ਸਾਈਨ ਕਰਾਣੇ ਪੈ ਰਹੇ ਨੇ? ਸਰ ਐਮਸੀ ਕੋਲ ਸਾਈਨ ਕਰਾਉਣ ਤੋਂ ਬਾਅਦ ਪਹਿਲਾਂ ਇਹਨਾਂ ਕੋਲ ਆਉਣਾ ਪੈਂਦਾ ਜੀ, ਇੱਥੇ ਦਫ਼ਤਰ ਦੇ ਵਿੱਚ। ਇੱਥੋਂ ਜਈ ਸਾਹਿਬ ਸਾਈਨ ਕਰਦੇ ਹੁੰਦੇ ਜੀ, ਉਸ ਤੋਂ ਬਾਅਦ ਤਹਿਸੀਲਦਾਰ ਸਾਹਿਬ ਕੋਲ ਜਾਣਾ ਪੈਂਦਾ ਜੀ। ਮੈਂ ਅੱਜ ਪਹਿਲਾਂ ਵੀ ਜਾ ਕੇ ਆਇਆ, ਮੈਨੂੰ ਦੁਬਾਰਾ ਫਿਰ ਜਾਣਾ ਪਏਗਾ, ਉਹ ਵੀ ਨਹੀਂ ਸਾਈਨ ਕਰਦੇ ਜੀ। ਉਹ ਕਹਿਣਗੇ ਸਾਨੂੰ ਫਾਰਮ ਜਮ੍ਹਾਂ ਕਰਾ ਜਾਓ, ਅਸੀਂ ਸ਼ਾਮੀ ਸਾਈਨ ਕਰਕੇ ਦਾਂਗੇ ਤੁਹਾਨੂੰ ਜੀ। ਦੱਸੋ ਨਾ, ਬੰਦਾ ਵੀ ਜਿਹੜਾ ਕੰਮਕਾਰ ਵਾਲਾ ਬੰਦਾ ਕਿਵੇਂ ਇੰਨਾ ਟਾਈਮ ਕੱਢੇਗਾ, ਕਿਵੇਂ ਆਪਣੀ ਦਿਹਾੜੀ ਤੋੜ ਕੇ ਆਏਗਾ ਜੀ। ਪਰ ਸਰਕਾਰ ਤੋਂ ਜਿਹੜਾ ਸੰਤੁਸ਼ਟ ਨਹੀਂ ਹੋ ਤੁਸੀਂ? ਨਹੀਂ ਸਰ, ਬਹੁਤ ਖੱਜਲ ਖੁਆਰੀ ਹੋ ਰਹੀ ਹੈ, ਕੰਮਕਾਰ ਛੱਡ ਕੇ ਆਉਣਾ ਪੈਂਦਾ ਜੀ। ਸਾਰੇ ਬੰਦੇ ਦਿਹਾੜੀਦਾਰ ਬੰਦੇ ਜੀ, ਬਹੁਤ ਔਖਾ ਹੋ ਰਿਹਾ ਜੀ ਇੱਥੇ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਫਾਰਮਾਂ ਨਾਲ ਵਧੀਆ ਤਾਂ ਆਪਣੇ ਆਪ ਬਿੱਲ ਮਾਫ ਕਰ ਦਿੰਦੇ। ਤੁਹਾਡੇ ਕੋਲ ਡਾਟਾ ਹੈ ਹੀ ਸਾਰਾ, ਕੰਪਿਊਟਰ ਸਿਸਟਮ ਹੈ ਸੀ, ਲੋੜ ਨਹੀਂ ਸੀ ਇੱਥੇ ਫਾਰਮ ਭਰਨ ਦੀ ਜੀ। ਜੇ ਬਿੱਲ ਮਾਫ ਕਰਨੇ ਸੀ ਤੁਸੀਂ ਆਪਣੇ ਆਪ ਹੀ ਕਰ ਦਿੰਦੇ ਜੀ। ਹਾਂਜੀ ਮਾਤਾ ਜੀ, ਕੀ ਦਿੱਕਤ ਆ ਰਹੀ ਹੈ ਤੁਹਾਨੂੰ? ਅੱਜ ਬਿਜਲੀ ਬੋਰਡ ਤੇ ਖੜੇ ਹੋ। ਮੇਰੇ ਜ਼ਮੀਨੀ ਸੈਕਟਰੀ ਗਏ ਸਾਂ ਹੁਣ ਸੀ, ਤੇ ਅਸੀਂ ਫਾਰਮ ਦੇਣ ਗਏ ਸਾਂ, ਤਾਂ ਉਹ ਕਹਿੰਦੇ 4 ਵਜੇ ਫਾਰਮ ਮਿਲਣਗੇ। ਵੀ 4 ਵਜੇ ਪਹਿਲਾਂ ਤਾਂ ਅਸੀਂ ਫਾਰਮ ਦੇ ਨਹੀਂ ਸਕਦੇ। ਠੀਕ ਹੈ, ਬਹਿਣਾ ਬਹਿ ਜਾਓ, ਨਹੀਂ ਬਹਿਣਾ ਤੁਹਾਡੀ ਮਰਜ਼ੀ ਹੈ। ਪਰ ਫਾਰਮ ਤਾਂ ਜਿਹੜੇ ਨੇ ਉਹ ਬਾਹਰ ਮਿਲ ਹੀ ਰਹੇ ਨੇ। ਫਾਰਮ ਤੇ ਮਿਲ ਰਹੇ ਨੇ ਜੇ ਇੱਥੋਂ ਮੋਹਰ ਲਵਾ ਕੇ ਆਪਾਂ ਲਗਾਏ ਆ। ਹੁਣ ਉੱਥੇ ਮਿਨੀ ਸੈਕਟਰੀ ਜਾ ਕੇ 2 ਜਗ੍ਹਾ ਸਾਈਨ ਹੋਣੇ ਨੇ, ਤੇ ਉਹ ਦੇ ਗਏ ਆ। ਹੁਣ ਉਹ ਕਹਿੰਦੇ 4 ਵਜੇ ਮਿਲਣਗੇ। ਫਿਰ ਅਸੀਂ ਦੁਬਾਰਾ ਆਪਣੇ ਮੇਰੇ ਭਾਈ ਦਾ ਫਾਰਮ ਹੈ, ਹੁਣ ਉਹਨਾਂ ਦਾ ਮੀਟਰ ਪੱਟਿਆ, ਹੁਣ ਅਸੀਂ ਉਹਨਾਂ ਦਾ ਕਰਾਉਣ ਆਏ ਆ। ਹੁਣ ਇੱਥੋਂ ਜਾ ਕੇ ਫਿਰ ਅਸੀਂ ਮਿਨੀ ਸੈਕਟਰੀ ਜਾਣਾ। ਮਿੰਨੀ ਸੈਕਟਰੀ ਕਿਹਦੇ ਸਾਈਨ ਕਰਾਣੇ ਆ ਤੁਸੀਂ? ਉਹ ਐਸਡੀਓ ਜਲੰਧਰ ਬੈਠੇ ਨੇ। ਉਹ ਕਿਉਂ ਨਹੀਂ ਕਰ ਰਹੇ? ਉਹ ਪਤਾ ਨਹੀਂ, ਉਹ ਆਂਦੇ ਹੈ ਨਹੀਂ, ਇੱਥੇ ਬੈਠੇ ਨੇ ਅੱਗੇ। ਅਸੀਂ ਫਾਰਮ ਦੇ ਆ, ਉਹਨਾਂ ਸਭ ਦੇ ਫਾਰਮ ਰੱਖ ਲੈਣ ਜਮ੍ਹਾਂ ਕਰਕੇ। ਉਹਨਾਂ ਦੀ ਮੋਹਰ ਤੋਂ ਬਗੈਰ ਜਿਹੜਾ ਉਰੇ ਜਮ੍ਹਾਂ ਨਹੀਂ ਹੋਊਗਾ ਫਾਰਮ? ਨਾ, ਕਹਿੰਦੇ ਪਰ ਉਹਨਾਂ ਮੋਹਰ ਹੋਏਗੀ ਲੱਗੇਗੀ। ਕਿੰਨੇ ਚਿਰ ਤੋਂ ਜਿਹੜੇ ਤੁਸੀਂ ਗੇੜੇ ਲਾ ਰਹੇ ਹੋ ਉੱਥੇ? ਸਾਨੂੰ ਹਫ਼ਤਾ ਹੀ ਚੱਲਿਆ ਜੀ। ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਤਾਂ ਬਹੁਤ ਦਾਅਵੇ ਕਰਦੀ ਹੈ ਕਿ ਬਹੁਤ ਆਸਾਨ ਹੈ। ਤੇ ਆਪਾਂ ਕੀ, ਸਰਕਾਰ ਤਾਂ ਬਹੁਤ ਕੁਝ ਕਰ ਰਹੀ ਹੈ, ਆਪਾਂ ਕੁਝ ਕਹਿ ਸਕਦੇ ਹਾਂ। ਬਾਪੂ ਜੀ, ਤੁਸੀਂ ਵੀ ਅੱਜ ਖੜੇ ਹੋ ਫਾਰਮ ਲੈ ਕੇ, ਕਿੰਨਾ ਚਿਰ ਹੋ ਗਿਆ ਸਵੇਰ ਦਾ ਤੁਸੀਂ ਖੜੇ ਹੋ? ਸਵੇਰ ਦੇ ਹੀ ਖੜੇ ਆ ਜੀ ਇੱਥੇ ਲਾਈਨ 'ਚ, ਕਦੇ ਉੱਧਰ ਚਲਾ ਜਾ ਕਦੇ ਉੱਧਰ ਚਲਾ ਜਾ, ਐਂ ਹੀ ਹੋ ਰਹੀ ਹੈ ਜੀ। ਤਾਂ ਤੁਸੀਂ ਦੱਸਦੇ ਸੀ ਕਿ ਨਿਗਾਹ ਦੇ ਵਿੱਚ ਵੀ ਪ੍ਰੋਬਲਮ ਹੈ ਤੁਹਾਡੀ। ਪ੍ਰੋਬਲਮ ਤਾਂ ਹੈ ਹੀ, ਤੁਸੀਂ ਦੇਖਦੇ ਹੀ ਚਸ਼ਮੇ ਲੱਗੇ ਨੇ, ਅੱਖ ਬਣੀ ਹੈ। ਮੇਰੇ ਕੋਲ ਕਾਗਜ਼ ਵੀ ਨੇ, ਚੈੱਕ ਕਰਨੇ ਕਰ ਸਕਦੇ। ਕੀ ਕਾਰਨ ਹੋ ਰਿਹਾ ਕਿ ਤੁਹਾਡਾ ਕਿਉਂ ਨਹੀਂ ਫਾਰਮ ਜਮ੍ਹਾਂ ਕੀਤਾ ਜਾ ਰਿਹਾ? ਫਾਰਮ ਇਹੀ ਹੈ, ਹੁਣ ਤੁਹਾਡੇ ਸਾਹਮਣੇ ਹੀ ਹੈ ਜੋ ਕੁਝ ਹੋ ਰਿਹਾ। ਤਾਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਵੀ ਸਿੱਧੇ ਮਾਫ ਹੋਣੇ ਚਾਹੀਦੇ। ਹਾਂ ਜੀ, ਸਿੱਧੇ ਮਾਫ ਹੋਣੇ ਚਾਹੀਦੇ। ਇੱਕ ਮਿੰਟ, ਇਹ ਜਿਹੜੇ ਬਿੱਲ ਆ ਨਾ ਵੀ ਸਿੱਧੇ ਮਾਫ ਹੋਣੇ ਚਾਹੀਦੇ, ਫਾਰਮ ਚੱਕਰ ਨਹੀਂ ਚਾਹੀਦਾ ਹੈ, ਜਿਸ ਤਰ੍ਹਾਂ ਪਹਿਲਾਂ ਸਰਕਾਰਾਂ ਕਰਦੀਆਂ ਦੀਆਂ। ਸਰਕਾਰਾਂ ਸਿੱਧਾ ਹੀ ਮਾਫ ਕਰਦੀਆਂ ਸੀ, ਹੁਣ ਵੀ ਸਿੱਧਾ ਹੀ ਮਾਫ ਕਰਨ। ਇਹ ਤੇ ਚੱਕਰਾਂ ਦੇ ਵਿੱਚ ਪਾਇਆ ਸਾਰੀ ਪਬਲਿਕ ਨੂੰ। ਤੇ 3 ਵਾਰੀ ਇਹ ਤੇ ਬਹੁਤ ਖੱਜਲ ਖੁਆਰੀ ਹੈ। ਸਿੱਧੇ ਮਾਫ ਹੋਣੇ ਚਾਹੀਦੇ, ਜਿੱਥੇ ਪਹਿਲਾਂ ਸਰਕਾਰਾਂ ਮਾਫ ਕਰਦੀਆਂ ਦੀਆਂ। ਹੁਣ ਕਹਿੰਦੇ ਇੱਕ ਪਤਾ ਨਹੀਂ ਤੂੰ, ਉਹ ਸਿੱਧੇ ਮਾਫ ਹੋ ਜਾਂਦੇ ਬਿੱਲ। ਇਹ ਜਿਸ ਤਰ੍ਹਾਂ ਇਹ ਹੁਣ ਸਰਕਾਰਾਂ ਮਾਫ ਪਹਿਲਾਂ ਕਰਦੀ ਦੀਆਂ, ਹੁਣ ਇਹ ਫਾਰਮ ਪਰ ਉੱਥੇ ਪਰ ਇਹਦਾ ਚੱਕਰਬਾਜੀ ਦਾ ਬੰਦਾ ਸਾਧਨ ਚੱਕਰਬਾਜੀ ਨਹੀਂ ਮੁੱਕ ਸਕਦਾ। ਮੈਂ ਅੱਗੇ ਵੀ ਗਵਰਨਮੈਂਟ ਦੇ ਪਬਲਿਕ ਸੇਵਾ ਕੀਤੀ ਹੈ, ਵੀ ਜੋ ਲੋਕਾਂ ਦੇ ਹੋਰ ਦੇ ਮਾਫ ਕਰਾਏ ਨੇ, ਉਹ ਸਿੱਧੇ ਗਵਰਨਮੈਂਟ ਆਰਡਰ ਕਰਨ ਦੀ ਮਾਫ ਹੋਏ ਨੇ। ਇਹਦਾ ਪਹਿਲਾਂ ਪੈਸੇ ਭਰੋ, ਜਿਹਦੇ ਕੋਲ ਪੈਸੇ ਨਹੀਂ ਕਿੱਥੇ ਭਰੂਗਾ? ਹੁਣ ਮੰਨ ਲਾ ਇੱਕ ਮਿੰਟ ਚੁੱਪ ਤਾਂ ਕਰ, ਇੱਕ ਮਿੰਟ ਯਾਰ। ਜਿਸ ਤਰ੍ਹਾਂ ਕਿ 20,000 ਰੁਪਏ 10,000 ਰੁਪਏ ਉਹਨੇ ਪਹਿਲਾਂ ਕੋਈ ਨਹੀਂ ਦੇ ਸਕਦਾ। ਇਹ ਹੁਣ ਅਟੈਕ ਬੰਦਾ, ਇਹ 10,000 ਨਹੀਂ ਦੇ ਸਕਦਾ, ਕਿਵੇਂ ਭਰੂਗਾ? ਹੁਣ ਤਿਉਹਾਰ ਉਹ ਇੱਕ ਮਿੰਟ, ਇਹ ਪੈਡ ਤਾਂ ਕੀ ਬਾਪੂ ਜੀ ਕੀ ਦੱਸਣੋ, ਪੈਰਾਲਾਈਜ਼ ਦੇ ਮਰੀਜ਼ ਹੋ? ਮਰੀਜ਼ ਸਰ, ਗੱਲ ਇਹ ਹੈ ਕਿ ਹੁਣ ਬਿੱਲ ਜਿਹੜਾ ਆਇਆ ਪਿਆ, ਹੁਣ ਇਹ ਕਹਿੰਦੇ ਇਹਦੇ 'ਚ ਭਰਾਓ। ਹੁਣ ਇਹ ਨਹੀਂ ਪਤਾ ਵੀ ਕਿੰਨਾ ਭਰਨਾ ਹੈਗਾ।
ਹੁਣ ਕਦੀ ਉੱਧਰ ਜਾਓ ਕਦੀ ਇੱਧਰ, ਪੈਸੇ ਹੈ ਨਹੀਂ। ਜਦ ਹੁਣ ਪੈਸੇ ਨਹੀਂ ਤਾਂ ਫਿਰ ਟਾਈਮ ਨਿਕਲ ਜਾਣਾ, ਤਾਂ ਸਾਡਾ ਬਿੱਲ ਕਿੱਥੋਂ ਭਰਿਆ ਜਾਊਗਾ। ਕਿ 2000 ਆ ਜਾਏ ਮਾਫ ਕੀਤਾ। ਪਰ ਸਰਕਾਰ ਤਾਂ ਕਈ ਦਾਅਵੇ ਕਰਦੀ ਹੈ, ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਇੰਨੇ ਲੱਖ ਜਿਹੜੇ ਨੇ ਬਿੱਲ ਕੰਜ਼ਿਊਮਰ ਨੂੰ ਮਾਫ ਕਰ ਦਿੱਤਾ ਹੈ 2 ਕਿਲੋਵਾਟ ਤੱਕ। ਤਾਂ ਇਹ ਤੁਹਾਡੇ ਸਾਹਮਣੇ ਖੜੇ ਆ ਜੀ, ਹੁਣ ਤੁਹਾਡੇ ਸਾਹਮਣੇ ਖੜੇ ਆ, ਹੁਣ ਪੈਸੇ ਭਰਾ ਰਹੇ ਜੀ ਐਟ ਏ ਟਾਈਮ, ਕਿੱਥੋਂ ਪੈਸੇ ਲਈਏ? ਇਹ ਚੀਜ਼ ਹੈ ਨਾ ਵੀ ਜਿਹੜਾ ਜਾਂ ਤਾਂ ਇਹਦੇ 'ਤੇ ਲਿਖ ਦੇਣ ਭਾਈ ਤੁਸੀਂ ਬਾਅਦ 'ਚ ਭਰ ਦਿਓ, ਬਾਕੀ ਜਿੰਨਾ ਮਾਫ ਕਰਨਾ ਕਰ ਦੇਣ। ਹੁਣ ਕਹਿੰਦੇ ਪਹਿਲਾਂ ਉੱਥੇ ਪੈਸੇ ਭਰੋ ਫਿਰ ਤੁਹਾਡਾ ਉਹ ਕਰਾਂਗੇ, ਬਿੱਲ ਮਾਫ ਕਰਾਂਗੇ। ਸਾਡਾ ਵੀ 2200 ਭਰੋ, ਹੁਣ ਹੀ ਭਰੋ। ਹੁਣ ਕਿੱਥੋਂ ਭਰਾਂਗੇ? ਮੇਰਾ ਆਦਮੀ ਕੋ ਤਾਂ ਅਸਲ में ਉਹ ਤਾਂ ਮਾਫ ਕਰਨ ਨੂੰ ਕਹਿ ਰਹੇ ਨੇ, ਫਿਰ ਭਰਨ ਨੂੰ ਕੌਣ ਕਹਿ ਰਿਹਾ? यही कह रहे हैं, बिजली बोर्ड वाले कह रहे हैं जी। हाँ हाँ, ਪਹਿਲੇ ਬਿੱਲ ਭਰਨਾ ਪਊਗਾ, ਉਸ ਤੋਂ ਬਾਅਦ ਜਿਹੜਾ ये देखो जी। ਇਹਨਾਂ ਨੇ ਮੇਰਾ ਬਈ ਆ ਮੈਂ ਦਿਖਾਣਾ ਜੀ ਤੁਹਾਨੂੰ 12000 16280 ਰੁਪਏ ਮੇਰਾ ਬਿੱਲ ਸੀਗਾ ਜੀ। ਹੁਣ ਇਹਨਾਂ ਨੇ 3120 ਰੁਪਏ ਬਿੱਲ ਭਰਵਾਇਆ ਹੈਗਾ ਜੀ। ਉਸ ਤੋਂ ਬਾਅਦ ਕਹਿੰਦੇ ਜੀ ਤੁਹਾਡੇ 7600 ਕੁਛ ਰੁਪਏ ਮਾਫ ਹੋਏਗਾ ਜੀ। 3120 ਰੁਪਏ ਪਹਿਲਾਂ ਤੁਸੀਂ ਭਰੋ ਜੀ। ਇਹ ਰਸੀਦ ਹੈਗੀ ਆ, ਇਹ ਰਸੀਦ ਹੈਗੀ ਆ, ਇਹ ਰਸੀਦ ਹੈਗੀ ਆ ਮੇਰੇ ਕੋਲ। ਪੈਸੇ ਭਰਾਏ ਜਾ ਰਹੇ ਆ, ਪੈਸੇ ਭਰਾ ਰਹੇ ਨੇ ਵੀ ਇੰਨਾ ਮਾਫ ਹੋਏਗਾ, ਇਹ ਮਾਫ ਹੋਏਗਾ, ਇਸ ਤੋਂ ਇਹ ਬਿੱਲ ਨਹੀਂ ਮਾਫ ਹੋਏਗਾ। ਇਸ ਤੋਂ ਇਲਾਵਾ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਕਿ ਕਿਉਂ? ਉੱਚ ਅਧਿਕਾਰੀ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈਗਾ। ਬੰਦੇ ਜਿਹੜੇ ਠੇਕੇਦਾਰੀ ਸਿਸਟਮ ਹੈਗਾ ਉਹ ਬੈਠੇ ਹੈਗੇ ਆ, ਉਹ ਕਹਿੰਦੇ ਵੀ ਇੰਨੇ ਪੈਸੇ ਭਰਾਓ ਤੁਸੀਂ ਜੀ। ਲੈਣ 'ਚ ਲੱਗ ਕੇ ਦੂਜੀ ਗੱਲ ਹੀ ਨਹੀਂ ਕਰਦੇ ਹੈਗੇ ਆ। ਪੈਸੇ ਜਮ੍ਹਾਂ ਕਰ ਰਹੇ ਨੇ, ਰਸੀਦ ਕੱਟ ਰਹੇ ਨੇ। ਤੁਹਾਡੇ ਕੋਲੋਂ ਵੀ ਜਿਹੜਾ ਜਮ੍ਹਾਂ ਕਰਵਾਏ ਗਏ ਨੇ ਜੀ ਪੈਸੇ? ਨਹੀਂ ਹਾਲੇ ਨਹੀਂ ਕਰਾਈ, ਚੱਲੇ ਹੀ ਲੈਣ 'ਚ, ਲੈਣ 'ਚ ਲੱਗਿਆ ਜੀ ਬਸ। ਉਹ ਦੇਖੋ ਤੁਹਾਡੇ ਸਾਹਮਣੇ ਕਿੰਨੀ ਲਾਈਨ ਲੱਗੀ ਹੋਈ ਹੈ, ਲਾਈਨ ਲੱਗੀ ਹੈ ਦੇਖੋ। ਹਾਂਜੀ ਬਾਈ ਜੀ, ਕੀ ਕਹਿ ਰਹੇ ਹੋ ਤੁਸੀਂ? ਇਹਦੇ ਵਿੱਚ ਸਰ ਜਿਹੜਾ ਫਾਰਮ ਭਰਿਆ ਹੋਇਆ ਹੈਗਾ ਨਾ, ਇਹ ਫਾਰਮ ਦੇ ਵਿੱਚ ਲਿਖਿਆ ਹੋਇਆ ਵੀ ਇੱਕ ਤਾਂ ਐਸਡੀਐਮ ਦੇ ਸਾਈਨ ਹੋਣੇ, ਤਹਿਸੀਲਦਾਰ ਦੇ, ਦੂਜਾ ਤੁਹਾਡੇ ਐਮਸੀ ਦਾ, ਸਰਪੰਚ ਦੇ ਸਾਈਨ ਹੋਣੇ ਆ। ਇਹਦੇ ਨਾਲ ਸਰ ਕਸਟਮਰ ਹੋਰ ਪਰੇਸ਼ਾਨ ਹੋਏਗਾ, ਕਿਉਂਕਿ ਇੱਕ ਤਾਂ ਐਸਡੀਐਮ ਆਫਿਸ ਭੀੜ ਹੋਏਗੀ, ਦੂਜਾ ਸਰ ਤਹਿਸੀਲਦਾਰ ਦੇ ਭੀੜ ਹੋਏਗੀ। ਜਿਨ੍ਹਾਂ ਬੰਦਿਆਂ ਦੇ ਰੋਜ਼ਗਾਰ ਗਏ ਹੋਏ ਨੇ ਉਹ ਸਰ ਪਹਿਲੇ ਐਮਸੀ ਕੋਲੇ ਜਾਏਗਾ, ਫਿਰ ਸਰ ਐਸਡੀਐਮ ਕੋਲੇ ਜਾਏਗਾ, ਫਿਰ ਤੀਜੇ ਵਾਰੀ ਆ ਕੇ ਸਰ ਉਰੇ ਬਿੱਲ ਭਰਿਆ ਜਾਏਗਾ। ਦੂਜੀ ਗੱਲ, ਗਵਰਨਮੈਂਟ ਨੇ ਕਿਹਾ ਸੀ ਵੀ 2 ਕਿਲੋਵਾਟ ਦੇ ਬਿਜਲੀ ਦੇ ਬਿੱਲ ਦੇ ਜਿਨ੍ਹਾਂ ਦੇ ਪੁਰਾਣੇ ਬਕਾਇਆ ਹੈਗੇ ਅਸੀਂ ਸਾਰੇ ਮਾਫ ਕਰਾਂਗੇ, ਬਟ ਗਵਰਨਮੈਂਟ ਨੇ ਸਰ ਇੱਥੇ ਆ ਤੁਹਾਡੇ ਕੋਲ ਜਿੱਦੀ ਜਾਗਦੀ ਤਸਵੀਰ ਹੈ ਆ ਸਰ, ਜਿਹੜੇ ਬੰਦੇ ਗਰੀਬ ਬੰਦੇ ਹੈਗੇ ਨੇ, ਇਹ ਗਰੀਬ ਬੰਦਿਆਂ ਤੋਂ ਸਰ ਆ 2 ਕਿਲੋਵਾਟ ਤੋਂ ਤਾਂ ਇਹਨਾਂ ਦਾ 16000 ਬਿੱਲ ਸੀਗਾ, ਲੇਕਿਨ ਇਹ ਪਹਿਲੇ ਕਹਿੰਦੇ ਨੇ ਵੀ ਤੁਸੀਂ 2 ਕਿਲੋਵਾਟ ਦਾ 16000 ਦਾ ਜਿਹੜਾ ਬਿੱਲ ਹੈਗਾ ਉਸ ਨੂੰ ਘੱਟ ਕਰਾਓ। ਹੁਣ ਉਹ 16000 ਤੋਂ ਇਹਨਾਂ ਨੇ ਕਿੰਨੇ ਭਰਵਾਏ ਸਰ? ਇਹਨਾਂ ਤੋਂ ਸਰ 3100 ਰੁਪਏ ਭਰਵਾ ਕੇ ਉਸ ਤੋਂ ਬਾਅਦ ਇਹਨਾਂ ਦਾ ਬਿੱਲ ਮਾਫ ਕੀਤਾ ਜਾ ਰਿਹਾ, ਯਾਨੀ 70% ਤੁਸੀਂ ਮਾਫ ਕਰ ਰਹੇ ਹੋ, ਬਾਕੀ 30% ਇਹ ਭਰਵਾ ਰਹੇ ਨੇ। ਫਿਰ ਗਵਰਨਮੈਂਟ ਦਾ ਕਹਿਣ ਦਾ ਫਾਇਦਾ ਹੀ ਕੀ ਹੈਗਾ ਵੀ ਤੁਸੀਂ 2 ਕਿਲੋਵਾਟ ਦਾ ਜਿਹੜਾ ਬਿੱਲ, ਵੀ 2 ਕਿਲੋਵਾਟ ਦਾ ਬਿੱਲ ਅਸੀਂ ਫ੍ਰੀ ਕਰ ਰਹੇ ਹੈਗੇ ਆ ਸਰ। ਇਹਦੇ ਨਾਲ ਤਾਂ ਸਰ ਸਾਰੇ ਪਰੇਸ਼ਾਨ ਹੋਣਗੇ ਨਾ, ਐਮਸੀ ਵੀ ਪਰੇਸ਼ਾਨ ਹੋਏਗਾ, ਪਿੰਡ ਦਾ ਸਰਪੰਚ ਵੀ, ਆ ਸਰ ਐਸਡੀਐਮ ਵੀ ਪਰੇਸ਼ਾਨ ਹੋਏਗਾ। ਜਾਂ ਤਾਂ ਜਦ ਗਵਰਨਮੈਂਟ ਨੇ ਇੱਕ ਗੱਲ ਕਹਿਤੀ ਨਾ ਵੀ 2 ਕਿਲੋਵਾਟ ਦੇ ਕਸਟਮਰਾਂ ਦੇ ਅਸੀਂ ਬਿੱਲ ਮਾਫ ਕਰਾਂਗੇ, ਇੰਨੇ ਟਾਈਮ ਦੇ ਮਾਫ ਕਰਾਂਗੇ, ਤੁਸੀਂ ਪਿੱਛੇ ਕੰਪਿਊਟਰ ਦੇ ਵਿੱਚ ਸਾਰਿਆਂ ਦੇ ਬਿੱਲ ਕਿਉਂ ਨਹੀਂ ਮਾਫ ਕਰਦੇ? ਤੁਸੀਂ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਹੋਇਆ? ਹਰੇਕ ਲੋਕ ਇੱਥੇ ਪਰੇਸ਼ਾਨ ਹੋ ਰੱਖਿਆ, ਤੰਗ ਹੋ ਰੱਖਿਆ, ਤਾਂ 3-3 ਵਾਰੀ ਲਾਈਨਾਂ ਦੇ ਵਿੱਚ ਲਗਵਾ ਕੇ ਰੱਖਿਆ। ਬੜੀ ਮੁਸ਼ਕਲ ਨਾਲ 2-2 ਸਾਲਾਂ ਬਾਅਦ ਸਾਰਿਆਂ ਨੂੰ ਨੌਕਰੀਆਂ ਮਿਲੀਆਂ ਨੇ ਤੇ ਅਸੀਂ ਸਰ ਦੁਬਾਰਾ ਫਿਰ ਲਾਈਨ ਦੇ ਵਿੱਚ ਖੜੇ ਹੋਏ ਹਾਂ। ਇਹ ਸਰ ਗਵਰਨਮੈਂਟ ਨਾਲ ਸਾਡੀ ਇਹੀ ਪ੍ਰੈਜ਼ੈਂਟ ਜਿਹੜੀ ਚੰਨੀ ਸਰਕਾਰ ਨਾਲ ਇਹੀ ਰਿਕੁਐਸਟ ਹੈ ਕਿ ਜੇ ਸਾਡੇ ਬਿੱਲ ਮਾਫ ਕੀਤੇ ਹੋਏ ਨੇ ਤਾਂ ਤੁਸੀਂ ਪਿੱਛੋਂ ਹੀ ਕੰਪਿਊਟਰ ਦੇ ਵਿੱਚੋਂ ਆਨਲਾਈਨ ਕਰਕੇ ਇਹ ਸਾਰੇ ਗਰੀਬ ਬੰਦਿਆਂ ਦੇ ਬਿੱਲ ਮਾਫ ਕਰ ਦਿੱਤੇ ਜਾਣ, ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ, ਕੋਈ ਤਹਿਸੀਲਦਾਰ ਵਿਚਾਰਾ ਪਰੇਸ਼ਾਨ ਨਾ ਹੋਵੇ, ਕੋਈ ਐਸਡੀਐਮ ਪਰੇਸ਼ਾਨ ਨਾ ਹੋਵੇ। ਤਾਂ ਸਾਡੇ ਨਾਲ ਕੁਝ ਬਿਜਲੀ ਬੋਰਡ ਅਧਿਕਾਰੀ ਜਿਹੜੇ ਨੇ ਐਸਡੀਓ ਗੁਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ, ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਕੀ ਸਿਸਟਮ ਹੈਗਾ ਔਰ ਕਿਵੇਂ ਮਿਲ ਜਿਹੜੇ ਨੇ ਉਹ ਮਾਫ ਕੀਤੇ ਜਾ ਰਹੇ ਨੇ 2 ਕਿਲੋਵਾਟ ਤੱਕ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਡਾ ਸਵਾਗਤ ਹੈ ਹਮਦਰ ਟੀਵੀ ਤੇ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਜਿਹੜੇ ਇਹ ਚੰਨੀ ਸਰਕਾਰ ਨੇ 2 ਕਿਲੋਵਾਟ ਤੱਕ ਜਿਹੜੇ ਬਿੱਲ ਮਾਫ ਕੀਤੇ ਨੇ, ਕੀ ਪ੍ਰੋਸੈਸ ਹੈ ਇਹਦਾ ਔਰ ਕਿਸ ਤਰ੍ਹਾਂ ਇਹ ਮਾਫ ਕੀਤੇ ਜਾਣਗੇ? ਸਰ, ਇਹਨਾਂ ਦਾ ਜਿਹੜਾ 29 ਸਤੰਬਰ 2021 ਤੱਕ ਦੇ ਜਿਹੜੇ ਬਿੱਲ ਆਏ ਨੇ ਉਹਨਾਂ ਦਾ ਏਰੀਆ ਮਾਫ ਕੀਤਾ 2 ਕਿਲੋਵਾਟ ਤੱਕ ਦੇ ਜਿਹੜਾ ਮੌਜੂਦਾ ਲੋਡ ਹੈਗੇ ਨੇ, ਤੇ ਜੋ ਵੀ ਏਰੀਆ ਪੈਂਡਿੰਗ ਸੀਗਾ ਉਹ ਸਾਰਾ ਚੰਨੀ ਪੰਜਾਬ ਗਵਰਨਮੈਂਟ ਵੱਲੋਂ ਮਾਫ ਕੀਤਾ ਗਿਆ। ਤਾਂ ਇਹ ਸਰ ਜਿਹੜਾ ਫਾਰਮ ਦੇ ਵਿੱਚ ਦਿਖਾਇਆ ਗਿਆ ਉਹ ਕਈ ਥਾਵਾਂ ਦੇ ਉੱਤੇ ਸਾਈਨ ਕਰਾਏ ਜਾ ਰਹੇ ਨੇ ਵਕਤ ਤਹਿਸੀਲਦਾਰ ਦੇ, ਐਮਸੀ ਦੇ, ਉਹ ਕਿਸ ਤਰ੍ਹਾਂ ਸਿਸਟਮ ਹੈਗਾ ਔਰ ਕਿਸ ਤਰ੍ਹਾਂ ਲੋਕ ਕਰਵਾਉਣ?
ਪੀਐਸਪੀਸੀਐਲ ਵੱਲੋਂ ਜੋ ਫਾਰਮ ਇਸ਼ੂ ਕੀਤਾ ਗਿਆ ਹੈ ਉਸ ਦੇ ਵਿੱਚ ਪਹਿਲਾਂ ਤਾਂ ਅਸੀਂ ਅਮਾਉਂਟ ਜੋ ਮਾਫ ਹੋਣੀ ਹੈ ਵੈਰੀਫਾਈ ਕਰਕੇ ਕੰਜ਼ਿਊਮਰ ਨੂੰ ਦਿੰਦੇ ਹਾਂ। ਕੰਜ਼ਿਊਮਰ ਆਪਣੇ ਕੰਸਰਨਡ ਜਿਹੜੇ ਐਮਸੀ ਜੋ ਵੀ ਲੋਕਲ ਕਾਉਂਸਲਰ ਨੇ ਉਹਨਾਂ ਤੋਂ ਸਾਈਨ ਕਰਵਾ ਕੇ ਲੈ ਕੇ ਆਉਂਦੇ ਨੇ, ਬਿਕੋਜ਼ ਉਹਦੇ ਦੇਖਦੇ ਨੇ 2 ਕਿਲੋਵਾਟ ਤੋਂ ਨੀਚੇ ਦੇ ਜਿਹੜਾ ਕੋਈ ਵੀ ਇੱਕ ਤੋਂ ਨੀਚੇ ਹੈ ਕਿ ਨਹੀਂ ਹੈਗਾ ਉਹਦਾ ਲੋਡ। ਉਸ ਤੋਂ ਬਾਅਦ ਫਿਰ ਅਸੀਂ ਤਹਿਸੀਲਦਾਰ ਸਾਹਿਬ ਨੂੰ ਭੇਜਦੇ ਹਾਂ, ਤਹਿਸੀਲਦਾਰ ਸਾਹਿਬ ਸਾਈਨ ਕਰਕੇ ਸਾਨੂੰ ਦਿੰਦੇ ਤਾਂ ਉਸ ਤੋਂ ਬਾਅਦ ਬਿੱਲ ਇਹਦਾ ਜੋ ਮੌਜੂਦਾ ਬਿੱਲ ਆ ਗਏ ਨੇ ਉਹ ਮਾਫ ਹੋ ਕੇ ਹੀ ਆ ਗਏ ਨੇ। ਲੋਕਾਂ ਦਾ ਉਰੇ ਇਹ ਕਹਿਣਾ ਹੈ ਕਿ ਸਾਨੂੰ ਖੱਜਲ ਖਰਾਬ ਬਹੁਤ ਹੋਣਾ ਪੈ ਰਿਹਾ ਕਿ ਤਹਿਸੀਲਦਾਰ ਆ ਜਿਹੜਾ ਉਹ ਸਵੇਰੇ ਫਾਰਮ ਜਮ੍ਹਾਂ ਕਰਾਉਂਦੇ ਆ ਤਾਂ ਤਹਿਸੀਲਦਾਰ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਸ਼ਾਮੀ 4 ਵਜੇ ਲੈ ਜਿਓ। ਤਾਂ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿੰਨਾ ਸਾਡਾ ਬਿੱਲ ਹੈ, ਜਿਵੇਂ ਸਾਨੂੰ ਲੋਕ ਮਿਲੇ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਸਾਡਾ 16,000 ਰੁਪਏ ਬਿੱਲ ਸੀਗਾ ਤਾਂ ਸਾਡਾ 70% ਜਿਹੜਾ ਬਿੱਲ ਸਿਰਫ ਉਹ ਮਾਫ ਕੀਤਾ ਗਿਆ, ਤਾਂ 100% ਕਿਉਂ ਨਹੀਂ ਕੀਤਾ ਜਾ ਰਿਹਾ? ਉਹਦੇ ਬਾਰੇ ਸਾਨੂੰ ਕੋਈ ਥੋੜਾ ਸਪਸ਼ਟੀਕਰਨ ਦਿਓ। ਐਕਚੁਅਲੀ 70% ਜਾਂ 80% ਦੇ ਕੋਈ ਇੱਦਾਂ ਦੀ ਕਲੌਜ਼ ਨਹੀਂ ਹੈ ਜੋ ਪੀਐਸਪੀਸੀਐਲ ਵੱਲੋਂ ਸਰਕੂਲਰ ਕੀਤਾ ਗਿਆ ਹੈ। ਉਹ ਕਲੌਜ਼ ਇਹ ਹੈਗੇ ਕਿ 29 ਸਤੰਬਰ 2021 ਤੱਕ ਦੇ ਜਿਹੜੇ ਬਿੱਲ ਆ ਚੁੱਕੇ ਨੇ ਉਹਨਾਂ ਦੇ ਜਿਹੜੇ ਪਿਛਲੇ ਏਰੀਆ ਖੜੇ ਆ ਉਹ ਮਾਫ ਹੋਣੇ ਨੇ, ਉਹ ਉਵੇਂ ਹੀ ਮਾਫ ਕੀਤੇ ਜਾ ਰਹੇ ਨੇ। ਤੇ ਸਾਡੇ ਕੋਲ ਜਿਵੇਂ ਕੋਈ ਕੰਜ਼ਿਊਮਰ ਰਿਕੁਐਸਟ ਲੈ ਕੇ ਆ ਗਿਆ ਤੇ ਅਸੀਂ ਨਾਲ ਦੇ ਨਾਲ ਉਸ ਨੂੰ ਰਿਜ਼ੋਲਵ ਕਰਕੇ ਦੇ ਗਿਆ। ਬਾਕੀ ਮਿਨੀ ਸੈਕਟਰੀਏਟ ਦਾ ਤਹਿਸੀਲਦਾਰ ਸਾਹਿਬ ਦੱਸ ਸਕਦੇ ਨੇ। ਬਿਜਲੀ ਬੋਰਡ ਦੇ ਵਿੱਚ ਵੀ ਜਿਹੜੀਆਂ ਉਹ 3 ਤਰ੍ਹਾਂ ਦੀਆਂ ਲਾਈਨਾਂ ਲੱਗੀਆਂ, ਇੱਕ ਪਾਸੇ ਪੈਸੇ ਜਮ੍ਹਾਂ ਕੀਤੇ ਜਾ ਰਹੇ ਨੇ ਤਾਂ ਦੂਸਰੇ ਪਾਸੇ ਫਾਰਮ ਜਮ੍ਹਾਂ ਕੀਤੇ ਜਾ ਰਹੇ ਨੇ, ਤਾਂ ਕੁਝ ਇਸ ਤਰ੍ਹਾਂ ਦਾ ਸਿਸਟਮ ਨਹੀਂ ਬਣਦਾ ਕਿ ਜਿਵੇਂ ਇੱਕ ਨਾਲ ਹੀ ਜਿਹੜੇ ਦੋਨੋਂ ਚੀਜ਼ਾਂ ਦਾ ਫਾਇਦਾ ਹੋ ਜੇ? ਬਿਲਕੁਲ ਜੀ, ਅਸੀਂ ਬਿਨੇਕਾਰ ਨੂੰ ਹੀ ਰਿਕੁਐਸਟ ਕਰਦੇ ਹਾਂ ਕਿ ਇੱਕ ਤਾਂ ਜਿਹੜੀ ਜੋ ਮੌਜੂਦਾ ਬਿੱਲ ਪੇ ਕਰਵਾਉਣਾ ਹੈ ਉਹ ਬਿੱਲਾਂ ਦੀ ਲਾਈਨ ਹੈਗੀ ਹੈ, ਦੂਜੀ ਫਾਰਮ ਦੀ ਲਾਈਨ ਹੈਗੀ ਹੈ ਜੋ ਸਟੈਂਪ ਕਰਕੇ ਲਗਾ ਕੇ ਦੇ ਰਹੇ ਨੇ, ਉਹਦੇ ਵਿੱਚ ਹੀ ਕੰਜ਼ਿਊਮਰਸ ਆ ਕੇ ਰਿਕੁਐਸਟ ਦੇ ਰਹੇ ਨੇ। ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਆਪਣੇ ਪਹਿਲਾਂ ਜੋ ਫਾਰਮ ਭਰ ਰਹੇ ਹੋ ਤੁਸੀਂ ਉਹ ਐਮਸੀ ਤੋਂ ਸਾਈਨ ਕਰਵਾ ਕੇ ਤਹਿਸੀਲਦਾਰ ਸਾਹਿਬ ਤੋਂ ਸਾਈਨ ਕਰਕੇ ਸਿੱਧਾ ਸਾਡੇ ਕੋਲ ਆਓ ਤੇ 1 ਸ਼ਾਟ ਦੇ ਵਿੱਚ ਹੀ ਤੁਹਾਡਾ ਇਹ ਕਲੀਅਰ ਹੋ ਜਾਊਗਾ। ਗੁਰਪ੍ਰੀਤ ਜੀ, ਅਸੀਂ ਇੱਕ ਇਹ ਵੀ ਪੁੱਛਣਾ ਚਾਹਾਂਗੇ ਕਿ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਹੋਏ ਨੇ ਉਹ ਕਨੈਕਸ਼ਨ ਕਿਵੇਂ ਜੁੜਵਾਉਣਗੇ? ਇਸ ਸਕੀਮ ਦਾ ਫਾਇਦਾ ਜਿਹੜਾ ਉਹ ਕਿਵੇਂ ਲੈ ਸਕਦੇ ਨੇ? ਕਨੈਕਸ਼ਨ ਕੱਟਣ ਦੇ ਜਿਹੜੇ ਕੱਟੇ ਹੋਏ ਆ ਉਹਦੇ ਵਿੱਚ ਜੋ ਡਿਫਾਲਟਿੰਗ ਅਮਾਊਂਟ ਖੜੀ ਸੀਗੀ ਜਿਸ ਕਰਕੇ ਕਨੈਕਸ਼ਨ ਨਵਾਂ ਨਹੀਂ ਜੁੜ ਸਕਦਾ ਸੀਗਾ, ਉਹ ਡਿਫਾਲਟਿੰਗ ਅਮਾਊਂਟ ਹੁਣ ਇਸ ਸਕੀਮ ਦੇ ਤਹਿਤ ਕਲੀਅਰ ਹੋ ਜਾਊਗੀ। ਜਦੋਂ ਮਾਸ ਪ੍ਰੋਸੈਸ ਦੇ ਵਿੱਚ ਜਦੋਂ ਕਲੀਅਰ ਹੋਊਗੀ ਤਾਂ ਉਹ ਕਨੈਕਸ਼ਨ ਨਾਲ ਦੀ ਨਾਲ ਜੋੜ ਵੀ ਦਿੱਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਇਸ ਦੀ ਵੀ ਸਕੀਮ ਹੈਗੀ ਹੈ। ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਗਰ ਚੰਨੀ ਸਰਕਾਰ ਨੇ 2 ਕਿਲੋਵਾਟ ਲੋਡ ਤੱਕ ਬਿਜਲੀ ਦੇ ਮੁਫਤ ਕੀਤੀ ਹੈ ਤਾਂ ਉਸ ਨੂੰ ਕੰਪਿਊਟਰ ਸਿਸਟਮ ਰਾਹੀਂ ਮਾਫ ਕੀਤਾ ਜਾਵੇ, ਖੱਜਲ ਖਰਾਬ ਨਾ ਕੀਤਾ ਜਾਵੇ। ਕਈ ਥਾਵਾਂ ਤੋਂ ਜਿਹੜੇ ਉਹ ਸਾਈਨ ਕਰਾਏ ਜਾ ਰਹੇ ਹਨ, ਇਸ ਤੋਂ ਜਿਹੜੇ ਨੇ ਲੋਕ ਪਰੇਸ਼ਾਨ ਨੇ। ਤਾਂ ਕੈਮਰਾਮੈਨ ਰਜਤ ਦੇ ਨਾਲ ਮੈਂ ਰਣਦੀਪ ਸਿੰਘ, ਪਟਿਆਲਾ।